ਤੇ ਪਹਿਲਾਂ ਵਾਲੇ ਬੁੜੇ ਸੀਗੇ ਕਹਿੰਦੇ ਛੱਤ ਥੱਲੇ ਨਹੀਂ ਪਿਆ, ਸਾਨੂੰ ਤਾਂ ਹੁਣ ਕੋਠੇ 'ਚ ਬਾਰੇ ਅਸੀਂ ਤਾਂ ਮੋਜ ਨਾਲ ਪਈਏ, ਅਸੀਂ ਤਾਂ ਝੁੱਗੀਆਂ 'ਚ ਹੀ ਪਏ ਆਣ। ਪਹਿਲਾਂ ਬੁੜੇ ਸੀਗੇ ਜੇ ਗੱਲ ਪਤਾ ਨਹੀਂ ਥਾਂ ਪੈਂਦੀ ਵਾਧੂ। ਪੰਜਾਬੀ ਬੰਦੇ ਹੋ, ਪੰਜਾਬ ਦੇ ਅਸੀਂ ਜੰਮੇ ਜਾਏ ਆ। ਛੱਤ ਥੱਲੇ ਪੈ ਕੇ ਵੇਖ ਲਈਏ, ਪਿਓ ਦਾਦੇ ਚਲੇ ਗਏ ਝੁੱਗੀਆਂ 'ਚ, ਅਸੀਂ ਵੀ ਅੱਧੇ ਜਾਵੜੇ ਅੱਧੇ ਰਹਿ ਗਏ। ਬਾਪੂ ਵਿਚਾਰਾ ਗੁਜ਼ਰ ਗਿਆ, 3-4 ਸਾਲ ਹੋ ਗਏ ਬਾਪੂ ਗੁਜ਼ਰੇ ਨੂੰ। ਨਾ ਤਾਂ ਮੇਰਾ ਰਾਸ਼ਨ ਕਾਰਡ ਬਣਿਆ, ਨਾ ਮੇਰੀ ਪੈਨਸ਼ਨ ਬਣੀ, ਕੁਛ ਨਹੀਂ ਬਣਿਆ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅਸੀਂ ਰਾਜਪੂਤਾਂ ਦੇ ਬਾਰੇ ਤੇ ਰਾਜਪੂਤਾਂ ਦੇ ਵਿੱਚੋਂ ਅੱਗੇ ਗੱਡੀ ਲਹਾਰਾਂ ਦੇ ਬਾਰੇ, ਗੱਡੀਆਂ ਵਾਲਿਆਂ ਬਾਰੇ ਜਾਂ ਫਿਰ ਬੰਜਾਰੇ, ਕਈ ਸ਼ਬਦਾਂ ਦੇ ਨਾਲ ਅਸੀਂ ਜਾਣਦੇ ਹਾਂ, ਉਹਨਾਂ ਦੇ ਬਾਰੇ ਸੁਣਿਆ ਬਹੁਤ ਆ। ਇੱਕ ਵੇਲਾ ਸੀ ਜਦੋਂ ਇਹ ਮੀਡੀਆ 'ਚ ਨਹੀਂ ਆਉਂਦੇ ਸੀ, ਜਦੋਂ ਸਕਰੀਨ ਤੇ ਨਹੀਂ ਆਉਂਦੇ ਸੀ, ਜਦੋਂ ਕਿਸੇ ਕੈਮਰੇ ਦੇ ਵਿੱਚ ਇਹ ਪਰਿਵਾਰਾਂ ਦੀ ਫੋਟੋ ਨਹੀਂ ਆਉਂਦੀ ਸੀ। ਇਸ ਰਾਜਪੂਤ ਭਾਈਚਾਰੇ ਦੇ ਇਹਨਾਂ ਲੋਕਾਂ ਦਾ ਜਿਹੜੇ ਅਹਿਮ ਅੰਗ ਹੈ, ਇਹਨਾਂ ਦਾ ਇਤਿਹਾਸ ਬਹੁਤ ਵੱਡਾ ਹੈ। ਲੰਬੀ ਜੁਦਾਈ, 4 ਦਿਨਾਂ ਦਾ ਮੇਲ ਉਹ ਰੱਬਾ, ਰੇਸ਼ਮਾ ਉਹ ਇਸੇ ਭਾਈਚਾਰੇ 'ਚੋਂ ਸੀ। ਟੱਪਰੀ ਵਾਸ ਨੇ, ਟਿਕਾਣਾ ਕੋਈ ਨਹੀਂ ਹੁੰਦਾ, ਪਰ ਹਰੇਕ ਥਾਂ ਇਹਨਾਂ ਦਾ ਟਿਕਾਣਾ ਹੁੰਦਾ। ਜਿੱਥੇ ਦਿਲ ਕੀਤਾ ਉੱਥੇ ਮੰਜ਼ਲ ਲਾ ਲਈ ਤੇ ਉੱਥੇ ਹੀ ਮਜਲਿਸ ਬਣ ਗਈ। ਪਰ ਹੁਣ ਕੀ ਹੈ, ਅੱਜ ਦੇ ਹਾਲਾਤ ਕਿਹੋ ਜਿਹੇ ਹੋ ਗਏ ਨੇ ਕਿ ਪਹਿਲਾਂ ਇਹ ਬੈਠ ਕੇ ਖਰੀਦਦੇ ਜਾਂ ਨਗੌਰ ਵਾਲੇ ਬੈਠ ਕੇ ਇੱਧਰ ਲਿਆ ਕੇ ਵੇਚਦੇ ਤੇ ਫਿਰ ਕੁਛ ਨਾ ਕੁਛ ਆਦਾਨ ਪ੍ਰਦਾਨ ਹੁੰਦਾ ਰਹਿੰਦਾ। ਅੱਜ ਦੇ ਜੋ ਹਾਲਾਤ ਨੇ, ਕਿਉਂਕਿ ਬਲਦ ਅਸੀਂ ਰੱਖਣੋਂ ਹਟ ਗਏ, ਸਾਡਾ ਜਿਹੜਾ ਤਕਲੇ ਖੁਰਚਣ ਵਾਲਾ ਕੰਮ ਆ ਉਹ ਠੱਪ ਹੋ ਗਿਆ ਤੇ ਰੁਜ਼ਗਾਰ ਇਹਨਾਂ ਦਾ ਠੱਪ ਹੋ ਗਿਆ। ਅੱਜ ਜਾਣਦੇ ਹਾਂ ਕੁਛ ਇਹੋ ਜਿਹੇ ਪਰਿਵਾਰਾਂ ਦੀ ਗਾਥਾ, ਕੁਛ ਇਹੋ ਜਿਹੇ ਪਰਿਵਾਰਾਂ ਦੀ ਵਿਥਿਆ ਜਿਨ੍ਹਾਂ ਦੇ ਪਿੜ ਪੱਲੇ ਸਿਰਫ ਤੇ ਸਿਰਫ ਵਿਰਾਸਤ ਰਹਿ ਗਈ ਹੈ, ਹੋਰ ਕੁਛ। ਸੋ ਮੇਰੇ ਨਾਲ ਦੋ ਸੱਜਣ ਮੌਜੂਦ ਨੇ, ਇੱਧਰ ਦੋਜੀ ਸਿੰਘ ਤੇ ਦੂਸਰੇ ਪਾਸੇ ਸੌਨ ਸਿੰਘ। ਸੋ ਮੈਂ ਗੱਲ ਕਰਦਾ ਸੌਨ ਸਿੰਘ ਹੋਰਾਂ ਦੇ ਨਾਲ, ਕਿਉਂਕਿ ਦੋਜੀ ਸਿੰਘ ਤੇ ਸੌਨ ਸਿੰਘ ਚਚੇਰੇ ਭਰਾ ਨੇ ਤੇ ਇਸ ਵਕਤ ਆਪਣੀ ਟੀਮ ਦੇ ਨਾਲ ਹਾਜ਼ਰ ਨੇ। ਸੌਨ ਬਾਈ, ਤੁਹਾਡਾ ਜਨਮ ਪੰਜਾਬ ਦਾ? ਪੰਜਾਬ ਦਾ ਹੀ ਸੀ, ਪੰਜਾਬ ਵਿੱਚ ਜੰਮੇ ਜਾਏ ਆ ਜੀ। ਪਹਿਲਾਂ ਕੰਮ ਚੱਲਦਾ ਸੀ, ਹੁਣ ਬੰਦ ਹੋ ਗਿਆ ਕੰਮ। ਪਸ਼ੂਆਂ ਦਾ, ਡੰਗਰਾਂ ਦਾ ਕੰਮ ਬੰਦ ਹੋ ਗਿਆ, ਤੱਕਲੇ ਖੁਰਚਲੇ ਬੰਦ ਹੋ ਗਏ। ਬਸ ਟਾਈਮ ਪਾਸ ਜਾ ਕਰਦੇ ਆ, ਨਾ ਕੋਈ ਧਾਰ ਕਾਟ ਹੈ, ਨਾ ਕੋਈ ਟਿਕਾਣਾ, ਨਾ ਕੋਈ ਥਾਂ ਹੈ, ਝੂਪੜੀਆਂ 'ਚ ਰਹਿੰਦੇ ਆ ਜੀ। ਅੱਗੇ ਤਾਂ ਬਲਦ ਹੀ ਬੜੇ ਵਧੀਆ ਹੁੰਦੇ। ਹਾਂ, ਬਹੁਤ ਵਧੀਆ ਬਲਦ ਹੁੰਦੇ ਨੇ, ਗੁਰੂ ਲਿਆਉਂਦੇ ਸੀ, ਬੱਚੇ ਵੇਚਦੇ ਸੀ। ਪੰਜਾਬੀ ਵੀ ਲੋਕ ਅੱਗੇ ਲੈਂਦੇ ਹੁੰਦੇ ਸੀ, ਸੌਦੇ ਵੱਟੇ ਕਰਦੇ ਹੁੰਦੇ ਸੀ ਕਿ ਤੂੰ 500 ਲੈ ਲਿਆ, ਕਿ ਤੂੰ 400 ਲੈ ਲਿਆ, 1000 ਲੈ ਲਿਆ, ਐਂ ਟਾਈਮ ਪਾਸ ਹੋ ਜਾਂਦਾ ਸੀ। ਪਹਿਲਾਂ ਕੰਮ ਸੀਗਾ ਕੁਹਾੜਿਆਂ ਦਾ, ਗੰਡਾਸਿਆਂ ਦਾ, ਕਸੌਲੀਆਂ ਦਾ, ਦਾਤੀਆਂ ਦਾ, ਸਭ ਬੰਦ ਹੋ ਗਿਆ ਜੀ। ਹੁਣ ਜਿਹੜੇ ਰਬੜ ਦੇ ਬਰਤਨ ਆਉਂਦੇ ਹੈ ਉਹ ਹੁਣ ਮਸ਼ੀਨੀ ਚੱਲੀ ਜਾਂਦੇ ਆ। ਸਾਡਾ ਜਿਹੜਾ ਕੰਮ ਬੰਦ ਹੋ ਗਿਆ ਜੀ। ਇਹ ਟਾਈਮ ਪਾਸ ਮੁਸ਼ਕਲ ਨਾਲ ਹੀ ਹੁੰਦਾ ਜੀ। ਚਲੋ ਜੇ ਮਾਲਕ ਨੇ ਕੀਤਾ ਉਵੇਂ ਸਹੀ ਜਾਂਦੇ ਆ। ਯਾਦ ਆ ਤੁਹਾਡੇ ਜਦੋਂ ਤੁਹਾਡੇ ਕੋਈ ਵੱਡ ਵਡੇਰੇ ਦਾਦੇ ਜਾਂ ਬਾਪੂ ਹੈ ਇੱਧਰ ਪੰਜਾਬ 'ਚ ਆਏ ਸੀ? ਐਂ ਸਾਡੇ ਵਾਂਗੂ ਸੀ ਜੀ। ਉਹ ਵੀ ਜਦੋਂ ਦਾਦੇ ਪੜਦਾਦੇ ਵੀ ਇੱਧਰ ਹੀ ਵੇਖੇ ਹੈ ਤੇ ਪਿਓ ਵੀ ਇੱਧਰ ਹੀ ਹੋਣਾ ਹੈ। ਤੇ ਪਹਿਲਾਂ ਬਸ ਸੀਗੇ ਰਾਜਸਥਾਨ ਦੇ ਨਾ ਸੀਗਾ ਤੇ ਸਾਡਾ ਟਾਈਮ ਪਾਸ ਚੱਕਰਵਸਤੀ 'ਚ ਵੀ ਜਾਣੀ ਕਿ ਘੁੰਮ ਕੇ ਖਾਣ ਵਾਲੇ ਸੀਗੇ। ਬਸ ਹੁਣ ਮਾਹੌਲ ਖਰਾਬ ਹੋ ਗਿਆ ਤੇ ਕੰਮ ਰੁਜ਼ਗਾਰ ਬੰਦ ਹੋ ਗਿਆ ਤੇ ਹੁਣ ਬਸ ਜੀ ਮੂੰਹ ਮੱਥਾ ਪਿੰਡ ਦਾ ਹੁੰਦਾ, ਉੱਥੇ ਟਾਈਮ ਪਾਸ ਮਾੜਾ ਮੋਟਾ ਹੋ ਹੀ ਜਾਂਦਾ, ਨਹੀਂ ਤਾਂ ਬਸ ਤਕਲੇ ਖੁਰਚਣੇ ਕੋਈ ਲੈਂਦਾ ਜੀ। ਤੱਕਲੇ ਖੁਰਚਣੇ ਤਾਂ ਬੰਦ ਹੋ ਗਏ ਜੀ। ਤੱਕਲੇ ਖੁਰਚਣੇ ਸਾਰੇ ਬੰਦ ਹੋ ਗਏ। ਜਿਹੜਾ ਆਇਰਨ ਦਾ ਕੰਮ ਸੀ, ਛੱਬਲਾਂ, ਕਸੋਲੀਆਂ, ਕੁਹਾੜੀਆਂ ਪਹਿਲਾਂ ਵਾਲੀਆਂ, ਉਹ ਸਭ ਮਸ਼ੀਨੀ ਆਉਣ ਲੱਗ ਗਈਆਂ। ਹੁਣ ਤਾਂ ਰਬੜ ਦਾ ਸਮਾਨ ਲਿਆਉਂਦੇ ਆ ਜੀ, ਉਹ ਸਾਈਕਲਾਂ ਵਾਲੇ ਕੁਹਾੜਖਾਨੇ ਵਾਲੇ ਵੇਚ ਲੈਂਦੇ ਆ। ਬਸ ਸਾਡਾ ਉਹ ਵੀ ਕੰਮ ਬੰਦ ਹੈ, ਮਾੜਾ ਮੋਟਾ ਟਾਈਮ ਪਾਸ ਹੁੰਦਾ ਤੇ ਬਸ ਉਹਦੇ ਨਾਲ ਰੁਜ਼ਗਾਰ ਚੱਲੀ ਜਾਂਦਾ ਹੈ। ਦੋਜੀ ਸਿੰਘ ਜੀ, ਕਿਵੇਂ ਹੋ? ਹਾਂਜੀ, ਸਾਡਾ ਇਹੋ ਹੀ ਰਿਜ਼ਕ ਸੀਗਾ ਜੀ। ਪਹਿਲਾਂ ਸੀਗੇ ਬਲਦਾਂ ਦੇ ਸੌਦੇ ਕਰਦੇ ਸੀ, ਵੱਟਾ ਸੱਟਾ ਕਰਦੇ ਸੀ, ਵਪਾਰ ਚੱਲਦਾ ਸੀ। 500 ਵਾਲੇ ਨਾਲ 600 ਲੈਂਦੇ, 600 ਵਾਲੇ ਨਾਲ 800 ਲੈ ਲੈਂਦੇ ਸੀ। ਬਸ ਪੈਸਾ ਤਾਂ ਤੁਸੀਂ ਲੈਣਾ ਹੀ ਹੁੰਦਾ ਸੀ ਹਨਾ, ਇੱਕ ਨਾਲ ਤੂੜੀ ਦੀਆਂ ਪੰਡਾਂ ਵੀ। ਇਹਦੀਆਂ ਪੰਡਾ ਜਾਂ ਪੱਠੇ ਪੁੱਠੇ ਜ਼ਿਮੀਂਦਾਰਾਂ ਕੋਲ ਲੈ ਲੈਂਦੇ ਸੀ। ਬਸ ਇਹੋ ਹੀ ਸਾਡਾ ਰਿਜ਼ਕ ਸੀਗਾ। ਪਹਿਲਾਂ ਇੱਥੋਂ ਦੇ ਜਾਏ ਜੰਮੇ ਹੈਗੇ ਆ। ਕੋਈ ਪੰਜਾਬ ਵਿੱਚ ਹੀ ਰਹਿਣ ਲੱਗ ਗਏ। ਪਹਿਲਾਂ ਪਿੱਛਾ ਸੀਗਾ ਆਪਣਾ ਰਾਜਸਥਾਨ ਦਾ, ਉਹ ਪਿਓ ਦਾਦਾ ਸੀਗਾ, ਉਹ ਮਰ ਗਿਆ ਹੁਣ। ਤੇ ਪੈਂਦਾ ਕਹਿੰਦੇ ਐ ਜੰਗ 'ਚ ਐ ਹੋਏ ਸੀ। ਸਾਡਾ ਆਪਣਾ ਪਿੱਛਾ ਦਾ ਸਾਰਿਆਂ ਦਾ ਇੱਕੋ ਹੀ ਸੀਗਾ। ਇੱਥੋਂ ਆ ਕੇ ਜਾਤਾਂ ਪਾਟ ਗਈਆਂ ਆਪਣੀਆਂ। ਕੋਈ ਸਿੱਧੂ ਬਣ ਗਿਆ, ਕੋਈ ਚੌਹਾਨ ਬਣ ਗਿਆ, ਕੋਈ ਸਿੱਖ ਬਣ ਗਿਆ, ਕੋਈ ਗਿੱਲ ਬਣ ਗਿਆ। ਬੈ ਗੱਲਾਂ 'ਚ ਅਸੀਂ ਬਾਹਰ ਫਿਰਦੇ ਪੈ ਗਿੱਜ ਗਏ। ਤੁਹਾਡਾ ਗੋਤ ਕਿਹੜਾ ਫਿਰ? ਸਾਡਾ ਸਿੱਧੂ ਹੈ ਜੀ। ਤੇ ਮੈਂ ਵੀ ਸਿੱਧੂ ਆ, ਫਿਰ ਤਾਂ ਭਰਾ ਹੋਇਆ ਆਪਾਂ ਸਮਝ ਲਾ ਲਿਆ। ਪਹਿਲਾਂ ਕਿਉਂ ਨਹੀਂ ਦੱਸਿਆ? ਲੈ ਸਿੱਧੂ ਬਾਈ, ਫਿਰ ਹੁਣ ਹੋ ਗਿਆ ਆਪਾਂ ਭਾਈ। ਤੇ ਰਹੀ ਗੱਲ ਗਵਾਂਢ ਦੀ, ਤੇ ਇਹ ਕਿਵੇਂ ਚੱਲਦਾ ਰਿਹਾ ਕੰਮਕਾਰ? ਵੀ ਹੁਣ ਤਾਂ ਜਮਾ ਹੀ ਠੱਪ ਹੋ ਗਿਆ। ਜਮਾ ਹੀ ਠੱਪ ਹੋ ਗਿਆ। ਹੁਣ ਤਾਂ ਕੋਈ ਕਾਰੋਬਾਰ ਨਹੀਂ ਹੁੰਦਾ। ਬੱਚੇ ਪਾਲਣ ਵਾਲੀ ਗੱਲ ਹੀ। ਪਹਿਲਾਂ ਤਾਂ ਖਾਂਦੇ ਪੀਂਦੇ ਐਸਾਂ ਕਰਦੇ ਸੀ, ਮੰਡੀਆਂ 'ਚ ਬਾਅਦ ਵਿਕਦੇ ਸੀ, ਮੀਟ ਸ਼ਰਾਬਾਂ ਖਾਂਦੇ ਸੀ, ਵਧੀਆ ਐਸਾਂ ਕਰਦੇ ਸੀ। ਹੁਣ ਤਾਂ ਕੋਈ ਨਹੀਂ। ਬੱਕਰਾ ਬਣਾਏ ਨੂੰ ਕਿੰਨਾ ਚਿਰ ਹੋ ਗਿਆ ਹੁਣ?
ਹੁਣ ਤਾਂ ਨਹੀਂ ਜਾਂ ਖਾਦਾ ਬੱਕਰਾ ਤਾਂ ਨਹੀਂ ਲਿਆਉਂਦੇ ਲੋਕਡਾਊਨ 'ਚ ਕੁਛ ਕੁਛ ਨਹੀਂ ਹੁੰਦਾ ਨਾ ਲੋਕਡਾਊਨ 'ਚ ਕੋਈ ਆਉਂਦਾ ਜੇ ਆਉਂਦਾ ਤਾਂ ਕੋਈ ਮਾੜਾ ਮੋਟਾ ਆਟਾ ਕੋਟਾ ਦੇ ਜਾਂਦੇ ਬਸ ਲੁੱਖੀ ਮਿਸ਼ੀ ਖਾ ਕੇ ਵੀ ਟਾਈਮ ਪਾਸ ਕਰ ਲੈਂਦੇ ਬਸ ਆਹ ਗੱਲ ਹੈਗੀ। ਤੇ ਜਦੋਂ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨਾ, ਤੁਸੀਂ ਪੰਜਾਬ 'ਚ ਹੀ ਜੰਮੇ ਹੋ, ਬਹੁਤ ਚਿਰ ਹੋ ਗਿਆ, ਜਿਵੇਂ ਤੁਸੀਂ ਦੱਸਿਆ ਕਿ ਅੱਜ ਆਪਾਂ ਗੋਬਿੰਦਪੁਰੇ ਬੈਠੇ ਆ, ਇੱਥੇ ਕਿੰਨਾ ਕੁ ਚਿਰ ਹੋ ਗਿਆ ਬੈਠਣ ਨੂੰ? ਇੱਥੇ ਤਾਂ ਹੋ ਗਏ ਸਾਨੂੰ 3-4 ਮਹੀਨੇ ਹੋ ਗਏ ਮੈਨੂੰ ਤਾਂ ਆਏ ਨੂੰ। ਇਹ ਮੇਰੇ ਸਹੁਰੇ ਰਹਿੰਦੇ ਸੀ, ਇਹਨਾਂ ਨੂੰ ਹੋ ਗਏ 10-12 ਸਾਲ ਹੋ ਗਏ। ਇਹ ਪਿੰਡਾਂ 'ਚ ਜਾਣੀ ਜੀ ਵੀ ਕੋਈ 10 ਸਾਲ ਰਹਿ ਗਿਆ, ਕੋਈ 5 ਸਾਲ ਰਹਿ ਗਿਆ, ਕੋਈ 6 ਸਾਲ। ਪਹਿਲਾਂ ਤਾਂ ਇੱਥੋਂ ਜੁੱਲੀ ਵਿਤਰਾ ਚੱਕਿਆ ਤੀਜੇ ਪਿੰਡ ਵੱਜਦੇ। ਹੁਣ ਪਿੰਡਾਂ ਨੇ ਮੋਲ ਵੇਖ ਕੇ ਕੋਈ ਮਹੀਨਾ ਬਹਿ ਗਿਆ, 2 ਮਹੀਨੇ ਬਹਿ ਗਿਆ, 4 ਮਹੀਨੇ ਬਹਿ ਗਿਆ, ਕੋਈ ਸਾਲ ਬਹਿ ਗਿਆ। ਕਿਸੇ ਨੇ ਕੋਈ ਥਾਂ ਦੇਤੀ, ਕਿਸੇ ਨੇ ਨਹੀਂ, ਗਰੀਬ ਗਰੀਬੇ ਦਾ ਸੋਚਿਆ। ਬਸ ਆਹ ਹੀ ਗੱਲ ਹੋ ਗਈ ਹੈ। ਤੇ ਗੱਡੀਆਂ ਹੁੰਦੀਆਂ ਸੀ ਅੱਗੇ ਤਾਂ ਬੜੀਆਂ ਸੋਹਣੀਆਂ ਹੁੰਦੀਆਂ ਸੀ ਹਨਾ। ਪਿੱਤਲ ਵਾਲੀਆਂ ਗੱਡੀਆਂ ਸੀਗੀਆਂ ਜਿਹੜੀਆਂ ਵਿਕ ਗਈਆਂ। ਹੁਣ ਬਲਦ ਕੋਈ ਖਿੱਚਦੇ ਇਹਨਾਂ ਕੋ ਬਲਦ ਰੱਖਦੇ ਆ। ਇਹ ਦੂਜੀਆਂ ਗੱਡੀਆਂ ਬਲਦਾਂ ਵਾਲੀਆਂ ਬਣਾ ਲਈਆਂ। ਹੁਣ ਇੱਕ ਗੱਡੀ ਜੁੱਲੀ ਵਿਤਰਾ ਰੱਖਦੇ ਆ ਤੇ ਬਾਅਦ ਆਪਣਾ ਟਾਈਮ ਪਾਸ ਕਰਦੇ ਆ। ਜਾਂ ਮੋਟਰਸਾਈਕਲ ਵੀ ਆ ਗਏ ਹੁਣ? ਹਾਂ ਮੋਟਰਸਾਈਕਲ ਬਾਅਦ ਗੱਡੀਆਂ ਗੁੱਡੀਆਂ ਬਣਾ ਲਈਆਂ। ਹੁਣ ਬਾਅਦ ਸਮਾਨ ਸਮੂਨ ਮਾੜਾ ਮੋਟਾ ਵੇਚ ਆਉਂਦੇ ਆ ਬਸ। ਇਹ ਅੱਗੇ ਕਹਿੰਦੇ ਸੀ ਕਿ ਗੱਡੀਆਂ ਵਾਲਿਓ ਜਿਹੜੇ ਤੁਸੀਂ ਵੀ ਉਹ ਛੱਤ ਦੇ ਥੱਲੇ ਨਹੀਂ ਰਹਿੰਦੇ ਸੀ। ਜਾਂਦੇ ਓਏ ਗਪੋੜੇ ਮਾਰਦੇ ਪਹਿਲਾਂ ਵਾਲੇ ਬੁੜੇ ਸੀਗੇ, ਕਹਿੰਦੇ ਛੱਤ ਥੱਲੇ ਨਹੀਂ ਪਿਆ। ਸਾਨੂੰ ਤਾਂ ਹੁਣ ਕੋਠੇ 'ਚ ਬਾਰੇ ਅਸੀਂ ਤਾਂ ਮੋਜ ਨਾਲ ਪਈਏ, ਅਸੀਂ ਤਾਂ ਝੁੱਗੀਆਂ 'ਚ ਹੀ ਪਏ ਆਣ। ਪਹਿਲਾਂ ਬੁੜੇ ਸੀਗੇ ਜੇ ਗੱਲ ਪਤਾ ਨਹੀਂ ਥਾਂ ਪੈਂਦੀ ਵਾਧੂ, ਜਦੋਂ ਥਾਵਾਂ ਦਿੰਦੇ ਹੁੰਦੇ ਸੀ ਉਹਦੇ ਗੱਡੀਆਂ ਵਾਲੇ ਸਮਝਦੇ ਜੇ ਤੂੰ ਜੁੱਲੀ ਵੀ ਤਰ੍ਹਾਂ ਚੱਕਿਆ ਅਗਲੇ ਪਿੰਡ ਜਾ ਵੜਦੇ ਸੀ। ਆਹ ਗੱਲ ਸੀਗੀ। ਹੁਣ ਤਾਂ ਬੁੜੇ ਹੁਣ ਸਾਨੂੰ ਤਾਂ ਥਾਂ ਦੇ ਵਿੱਚ ਤਾਂ ਬਹਿ ਜਾਂਦੇ ਉੱਥੇ। ਹੁਣ ਸਾਡੇ ਤਾਂ ਦੂਜੇ ਬਹਿ ਕੇ ਕੋਈ ਫਿਰਦੇ ਆ ਭੌਂਕਦਾ, ਕੋਈ ਕਿਵੇਂ ਕਰਦਾ ਕਿਵੇਂ ਕਰਦਾ। ਹੁਣ ਐਂ ਟਾਈਮ ਪਾਸ ਹੋਈ ਜਾਂਦਾ ਵਾ। ਕੁਝ ਕੁ ਪਿੰਡਾਂ ਦੇ ਵਿੱਚ ਤੁਹਾਡੇ ਭਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਬਾਟਾਂ ਬਣ ਗਈਆਂ? ਬਣੀਆਂ ਹੈਗੀਆਂ, ਰਾਸ਼ਨ ਕਾਰਡ ਬਣੇ ਆ ਸਾਡੇ, ਵੋਟਾਂ ਬਣੀਆਂ ਹੈਗੀਆਂ। ਤੁਹਾਡੇ ਬਣ ਗਏ? ਨਹੀਂ ਸਾਡੇ ਨਹੀਂ ਬਣੇ ਜੀ। ਸੋ ਸਾਡੇ ਪੰਜਾਬ 'ਚ ਹੈਗੇ ਹੈ ਨਾ ਸਾਰੇ ਅੱਧੇ ਤੋਂ ਜ਼ਿਆਦਾ ਬਹਿ ਗਏ ਆ। ਹੁਣ ਉਹ ਜਿਹਾ ਟਾਈਮ ਨਹੀਂ ਰਹਿ ਗਿਆ, ਕੋਈ ਗੱਲ ਨਹੀਂ ਰਹਿ ਗਈ ਹੈਗੀ ਵੀ ਬਹਿ ਜੀ ਆਪਾਂ ਨੂੰ ਟਾਈਮ ਨਹੀਂ ਗੱਲ। ਹੁਣ ਦੀ ਰਾਤ ਨੂੰ ਆਪਦੇ ਘਰੇ ਤਾਂ ਆ ਜਾਵਾਂਗੇ। ਹੁਣ ਇੰਨੀ ਹੈਗੀ ਬਈ ਸਾਲ 2-2 ਸਾਲ ਬੈਠੇ ਰਹਿੰਦੇ। ਹੁਣ ਜ਼ਿਮੀਂਦਾਰ ਜਾਣ ਲੱਗ ਪਏ ਬਈ ਕੋਈ ਫਿਕਰ ਨਹੀਂ ਹੈਗਾ। ਮਾੜਾ ਮੋਟੇ ਜਾਣ ਪਛਾਣ ਹੋ ਗਈ, ਤੂੜੀ ਪੱਠਾ ਲਿਆਉਂਦੇ, ਕੰਮ ਧੰਦਾ ਦਿੰਦੇ, ਆਟਾ ਕੋਟਾ ਦੇ ਦਿੰਦੇ। ਬਸ ਮਾੜਾ ਮੋਟਾ ਟਾਈਮ ਪਾਸ ਹੋ ਜਾਂਦਾ ਸਾਡਾ। ਆਹ ਗੱਲ ਹੈਗੀ। ਹੁਣ ਚੱਲਦਾ ਕੀ ਹੈ, ਕੰਮ ਕੀ ਚੱਲਦਾ? ਹੁਣ ਕੰਮ ਤਾਂ ਇਹੋ ਹੀ ਬਸ ਚੱਲਦਾ ਹੈਗਾ ਸਾਡਾ। ਹੁਣ ਸਮਾਨ ਲਿਆਉਂਦੇ ਪਲਾਸਟਰ ਦਾ, ਇਹ ਉਹਦੇ ਵਿੱਚੋਂ ਹੈਗਾ ਹੁਣ 5,000 ਦਾ ਲੈ ਆਂਦਾ, 1500 ਦਾ ਵਿਕਿਆ, 500 ਰੁਪਇਆ ਬਚ ਗਿਆ। ਕੋਈ 100 ਰੁਪਇਆ 200 ਰੁਪਇਆ ਤੇਲ ਦਾ, 300 ਰੁਪਇਆ ਖਰਚਾ ਕਰ ਲਿਆ। ਆਹ ਟਾਈਮ ਆ ਬਸ। ਤੇ ਕੱਪੜੇ ਕੁੱਪੜੇ ਵੀ ਹੁੰਦਾ ਫਿਰ ਦੂਜਾ ਹੀ ਪਾਉਣ? ਕੱਪੜੇ ਤਾਂ ਹੀ ਸਾਡੇ ਹੁਣ ਵਿੱਚੋਂ ਰਿਵਾਜ ਸਾਡੇ ਹੁਣ ਰਹਿਣ ਲੱਗ ਗਏ। ਤਾਂ ਹੁਣ ਪਜਾਮੇ ਕੁੜਤੇ ਪਾਉਣ ਲੱਗ ਗਏ। ਹੁਣ ਜਿਹੜੇ ਬੁੜੇ ਹੈਗੇ ਉਹ ਕੁੜਤੇ ਚਾਦਰੇ ਪਾਉਣ ਲੱਗ ਗਏ। ਬਸ ਬੁੜੀਆਂ ਸਲਵਾਰਾਂ ਪਾਉਣ ਲੱਗ ਗਏ। ਪਹਿਲਾਂ ਘੱਗਰੀਆਂ ਪਾਉਂਦੀਆਂ ਸੀ, ਉਹ ਘੱਗਰੀਆਂ ਵਾਲੇ ਮਿਣ ਕੇ 8 ਮੀਟਰ ਕੱਪੜਾ ਘੱਗਰੀ ਨੂੰ ਲੱਗਦਾ ਸੀਗਾ, 20 ਮੀਟਰ ਕਾ ਬਣਦਾ ਸੀਗਾ। ਤੇ ਹੁਣ ਅੱਗੇ 5 ਮੀਟਰ ਦਾ ਸੂਟ ਬਣ ਜਾਂਦਾ। ਵਧੀਆ ਗੱਲ ਬਣ ਜਾਂਦੀ ਹੈਗੀ ਹੁਣ ਸਹੀ ਆ ਵਧੀਆ। ਹੁਣ ਜ਼ਿਮੀਂਦਾਰਾਂ 'ਚ ਲੈ ਕੇ ਉਹ ਹੋਈ ਰੰਜ ਪਿੰਜ ਕੇ ਬਾਅਦ ਸਿਆਣੇ ਹੋ ਗਏ ਮਤਲਬ। ਹਾਂ ਬਸ ਵਿਆਹ ਸ਼ਾਦੀਆਂ ਦੀ ਫਿਰ ਇਹੋ ਹੀ ਗੱਲ ਹੁੰਦੀ ਹੈਗੀ। ਪਹਿਲਾਂ ਆਨੰਦ ਦਿੰਦੇ ਸੀ, ਹੁਣ ਗੁਰਦੁਆਰੇ ਆਨੰਦ ਦੇ ਦਿੰਦੇ ਆ ਬਸ। ਪਹਿਲਾਂ ਫੇਰੇ ਦਿੰਦੇ ਸੀਗੇ, ਜਿਹੜਾ ਪੰਡਤ ਨਹੀਂ ਹੁੰਦਾ ਸੀਗਾ ਉਹ ਪੰਡਤ ਦਾ ਫੇਰੇ ਦਿੰਦਾ ਸੀ। ਹੁਣ ਜਿਵੇਂ ਜ਼ਿਮੀਂਦਾਰਾਂ ਦਾ ਮਾਹੌਲ ਬਦਲ ਗਿਆ ਉਵੇਂ ਅਸੀਂ ਮਤਲਬ ਬਦਲ ਗਈ। ਤੇ ਆਹ ਦੰਦ ਹੁਣ ਸੋਨੇ ਦੇ ਆ? ਹਾਂ ਇਹ ਲਵਾਦ ਨੇ ਸ਼ੌਂਕ ਬਾਰੇ ਗੱਡੀਆਂ ਵਾਲੇ ਹੈਗੇ। ਉਹ ਪਹਿਲਾਂ ਤਾਂ ਘੱਗਰੀਆਂ ਪਾਉਂਦੇ, ਕੁੱਤੇ ਪੈਂਦੇ ਸੀਗੇ, ਵੱਢ ਕੇ ਗੱਡੀਆਂ ਵਾਲੇ ਆ ਕੇ ਕੁੱਤੇ ਪਊਗੇ। ਹੁਣ ਗੱਡੀਆਂ ਵਾਲੇ ਨਿਸ਼ਾਨ ਹੁਣ ਹੈਗੇ ਕੋਲ ਦੀ ਟੱਪ 'ਚ ਕੁੱਤਾ ਨਹੀਂ ਪੈਂਦਾ। ਹੁਣ ਪਛਾਣਦੇ ਨਹੀਂ? ਹੁਣ ਪਛਾਣਦੇ ਹੀ ਨਹੀਂ। ਘਰਾਂ ਜ਼ਿਮੀਂਦਾਰਾਂ ਵਾਂਗੂ ਯਾਰ ਰਹਿੰਦੇ। ਹੁਣ ਤਾਂ ਕੋਈ ਗੱਲ ਵੀ ਹੈ ਨਹੀਂ ਗੀ। ਇਹ ਮੁੰਦਰਾ ਵੀ ਸੋਨੇ ਦੀ? ਇਹ ਤਾਂ ਸਾਡੇ ਰਿਵਾਜ ਹੁੰਦਾ, ਨੱਤੀਆਂ ਤਬੀਆਂ ਦਾ। ਕੋਕੇ ਪਾ ਲੈਂਦੀਆਂ ਬੁੜੀਆਂ। ਹੁਣ ਤੱਕ ਪਹਿਲਾਂ ਕੰਗਣ ਪਾਉਂਦੀਆਂ, ਉਹ ਵੀ ਛੱਡ ਕੇ ਬਾਈ। ਬਾਈ ਨਾਂ ਤੇਰਾ ਦੋਜੀ ਆ? ਦੁੱਧ ਹਾਂ ਸਿੱਧਾ ਹੀ ਦੋਜੀ ਆ ਮੇਰਾ ਤਾਂ ਸਿੰਘ ਬਾਈ ਨਹੀਂ। ਨਹੀਂ ਚੱਲ ਦੋਜੀ ਹੈ, ਦੁੱਧ ਹੈਗਾ ਮੈਂ? ਉਹ ਦੁੱਧ ਤਾਂ ਲਿਆਉਨੇ ਹੱਟੀ ਤੋਂ ਮੁੱਲ ਵਧੀਆ। ਟਾਈਮ ਪਾਸ ਹੁੰਦਾ, ਖੱਟਾ ਹੋ ਜਾਂਦਾ ਰੱਖਦੇ ਵਾਲਾ ਤਾਂ। ਤੇ ਕੋਈ ਬੱਕਰੀ ਕੋਈ ਗਾਂ ਕੁਛ ਹੋਰ? ਹੁਣ ਇਹ ਹੈਗੀ ਬੱਕਰੀ ਲੈ ਲਈ, ਕੱਟੀ ਲੈ ਲਈ, ਬਸ ਆਹ ਗੱਲ ਹੈਗੀ। ਮਾੜਾ ਮੋਟਾ ਟਾਈਮ ਇੱਧਰ ਵੇਚਦੀ, ਇੱਧਰ ਵੇਚਦੀ, 500-400 ਰੁਪਇਆ ਚੱਕ ਬਾਈ ਓਏ। ਆਹ ਗੱਲ ਹੈਗੀ ਬਸ। ਹੁਣ ਤਾਂ ਇਹ ਗੱਲਾਂ 'ਚ ਹੁਣ ਪੈਂਟਰ ਫਲ ਲਾ ਕੇ ਕਮਾਈ ਦਾ ਟਾਈਮ ਨਹੀਂ ਰਹਿ ਗਿਆ ਹੁਣ ਬਾਈ। ਟਾਈਮ ਪਾਸ ਤਾਂ ਬਸ ਜਵਾਕ ਪਾਲਣ ਵਾਲੀ ਗੱਲ ਹੀ ਹੈਗੀ। ਇਹ ਜਵਾਕ ਸਕੂਲ ਸਕਾਲ ਲਾਇਆ ਕੋਈ? ਨਹੀਂ ਆਪਾਂ ਨਹੀਂ ਸਕੂਲ ਲਾਏ ਸਾਡੇ। ਮੇਰੇ ਤਾਂ ਪੜੇ ਵੀ ਨਹੀਂ ਗੇ। ਉਹ ਮੇਰੇ ਭਰਾ ਦੀਆਂ ਪਹਿਲਾਂ ਕੁੜੀਆਂ ਪੜ੍ਹਦੀਆਂ, ਉਹ ਵੀ ਹਟ ਗਈਆਂ। ਹੁਣ ਵਿਆਹ ਵਿਊਦੀਆਂ। ਹੁਣ ਪਹਿਲਾਂ ਵੱਟੇ ਦਾ ਸਾਗ ਕਰਦੇ ਹੁੰਦਾ, ਪੁੰਨ ਦੀਆਂ ਕੁੜੀਆਂ ਵੀ ਤੋਰ ਦਿੰਦੀਆਂ ਬਸ। ਅੱਛਾ ਪਹਿਲਾਂ ਬੱਟੇ ਵਾਲਾ ਸਾਗ ਤੁਹਾਡੇ ਚੱਲਦਾ ਸੀ? ਹਾਂ ਪਹਿਲਾਂ ਉਸੇ ਦੀ ਕੁੜੀ ਉਹਦੇ ਘਰੇ ਸੀ, ਉਹਦੀ ਕੁੜੀ ਉਹਦੇ ਘਰੋਂ। ਯਾਰ ਉਹ ਇੱਕ ਤੰਗ ਕਰਦਾ ਹੁੰਦਾ ਸੀ, ਫਿਰ ਉਹ ਦੂਜਾ ਫੇਰ ਉਹਨੂੰ ਤਾਂ ਚੰਮੜ ਜਾਂਦਾ ਸੀ। ਇਹ ਵੀ ਕੰਮ ਛੱਡਤਾ ਹੁਣ। ਚਲੋ ਬਈ ਜਵਾਈ ਵੀ ਕਿੱਥੇ ਰਵੇ, ਕੁੜੀ ਵੀ ਕਿੱਥੇ, ਆਪਦੇ ਕਿੱਥੇ ਮਰਜ਼ੀ ਖਾ ਕੇ ਕਮਾ। ਅੱਛਾ ਜਿਹੜੇ ਵੱਡੇ ਬਜ਼ੁਰਗ ਨੇ ਤੁਹਾਡੇ, ਉਹ ਨਹੀਂ ਕਹਿੰਦੇ ਯਾਰ ਵੀ ਤੁਸੀਂ ਤਾਂ ਰਿਵਾਜ ਜੇ ਬਦਲੀ ਜਾਂਦੇ? ਹਾਂ ਬਦਲ ਗਏ ਫਿਰ ਉਹ ਮਰ ਮੁਰ ਗਏ। ਹੁਣ ਕੀ ਕਰੀਏ ਫਿਰ। ਆਪਣਾ ਹੁਣ ਪਿੰਡਾਂ 'ਚ ਰਹਿਣ ਲੱਗੇ, ਜ਼ਿਮੀਂਦਾਰਾਂ ਵਰਗੇ ਹੋ ਗਏ। ਪਹਿਲਾਂ ਉਹ ਰਿਵਾਜ ਬਦਲ ਗਿਆ। ਹੁਣ ਜਿਵੇਂ ਬੁੜੇ ਹੁਣ ਦੱਸੀ ਗਏ ਉਵੇਂ ਗੱਲਾਂ ਹੋਈ ਗਈਆਂ। ਗਾਂ ਤੋਂ ਗਾਂ ਵਧਾਰਾ ਹੋਰ। ਇਹ ਜਨਤਾ ਹੋਰ ਹੋ ਗਈ, ਹੋਰ ਮਗਰੋਂ ਹੋਰ ਹੋ ਜੂਗੀ, ਮਗਰੋਂ ਹੋਰ ਹੋ ਜੂਗੀ। ਫਿਰ ਕੀ ਪਤਾ ਕੀ ਜੀ ਨਿਕਲੂਗੀ ਇਹ ਗੱਲਾਂ 'ਚ। ਮੈਂ ਇੱਧਰ ਬਾਈ ਹੋਰਾਂ ਦੀ ਵੀ ਗੱਲ ਸੁਣ ਲਾਂ। ਹੋਰ ਫਿਰ ਕਿਵੇਂ ਆ? ਹਾਂ ਠੀਕ ਆ ਜੀ। ਬਸ ਤੁਹਾਡੇ ਪਿੰਡਾਂ ਪੰਜਾਬ ਦੇ ਆਸ਼ਰੇ ਬੈਠੇ ਆ। ਯਾਰ ਜਦੋਂ ਤੁਸੀਂ ਹੈ ਹੀ ਪੰਜਾਬ ਦੇ, ਫਿਰ ਪੰਜਾਬ ਦੇ ਆਸਰੀ ਬੈਠੋਗੇ ਤਾਂ ਹੁਣ ਜਿਵੇਂ ਮਾਹੌਲ ਬਦਲਿਆ ਉਵੇਂ ਸਾਡਾ ਕੋਈ ਹੱਲ ਕਰੋ ਨਾ। ਇਹ ਗੱਲ ਆ, ਹੱਲ ਕਰਨਾ ਬਣਦਾ। ਹੱਲ ਕਰੋ ਜੀ ਤੁਸੀਂ।
ਪੰਜਾਬੀ ਬੰਦੇ ਹੋ, ਪੰਜਾਬ ਦੇ ਅਸੀਂ ਜੰਮੇ ਜਾਏ ਆ। ਜਿਵੇਂ ਹੁਣ ਮਾਹੌਲ ਬਦਲ ਗਿਆ ਐ ਸਾਡਾ ਹੱਲ ਕਰ ਦਿਓ। ਚਲ ਅਸੀਂ ਵੀ ਚਲ ਸੱਤ ਥੱਲੇ ਪੈ ਕੇ ਵੇਖ ਲਈਏ। ਪਿਓ ਦਾਦੇ ਚਲੇ ਗਏ ਝੁਗੀਆਂ 'ਚ, ਅਸੀਂ ਵੀ ਅੱਧੇ ਜਾਵੜੇ ਅੱਧੇ ਰਹਿ ਗਏ। ਪਿੱਛੋਂ ਜਵਾਕ ਵੀ ਸਾਡੇ ਵਾਂਗੂ ਐ ਹੋਣਗੇ। ਫਿਰ ਇਹ ਗੱਲ ਸੋਚੋ ਤੁਸੀਂ ਜੀ। ਬਈ ਉਹ ਕਾਗਜ਼ ਪੱਤਰ ਕੁਝ ਬਣਦੇ ਆ ਜਿਵੇਂ ਆ ਮੋਟਰਸਾਈਕਲ ਆ ਜਾਂ ਕੋਈ ਹੋਰ ਚੀਜ਼ਾਂ, ਕੋਈ ਤੁਹਾਡੇ ਕੋਈ ਆਪਦਾ ਹੈਗਾ ਕੋਈ? ਹਾਂ, ਉਹ ਜੋ ਜਿਹਦਾ ਆਧਾਰ ਕਾਰਡ ਹੁੰਦਾ ਹੈ ਉਹਦੇ ਨਾਂ 'ਤੇ ਜੀ ਬਣਾ ਲੈਣੇ। ਨਾ ਹੀ ਗਲਤ ਕੰਮ ਕਰਦੇ ਆ ਤੇ ਨਾ ਹੀ ਗਲਤ ਆਪਾਂ ਕਰਨਾ ਹੈ। ਹੁਣ ਉਹਦਾ ਆਧਾਰ ਕਾਰਡ ਹੋਇਆ, ਮੈਂ ਬਣਾ ਲਿਆ, ਬਸ ਜਵਾਕ ਲਈ ਫਿਰ ਬਸ ਐਂ ਬਣਦਾ। ਜਿਹਦਾ ਨਾਂ ਹੁੰਦਾ ਹੈ, ਜਿਹਦਾ ਹੁੰਦਾ ਉਹਦੇ ਕੋਲੋਂ ਲੈ ਕੇ ਤੇ ਉਹ ਗਾਈ ਦੇ ਦਿੰਦਾ ਜੀ, ਅੰਗੂਠਾ ਲਾ ਦਿੰਦਾ। ਆਧਾਰ ਕਾਰਡ ਉਹ ਵਿਖਾ ਕੇ ਮੋਟਰਸਾਈਕਲ ਲੈ ਲੈਂਦੇ ਆ। ਮੋਟਰਸਾਈਕਲ ਹੋ ਗਏ ਆ, ਚਲੋ ਆਹ ਥੋੜਾ ਜਿਹਾ ਬਦਲ ਗਿਆ ਹਨਾ, ਟਾਇਰਾਂ ਵਾਲੀਆਂ ਗੱਡੀਆਂ ਆ ਗਈਆਂ, ਰਬੜ ਦੇ ਟਾਇਰਾਂ ਵਾਲੀਆਂ, ਪਹਿਲਾਂ ਦੂਸਰੀਆਂ ਸੀ ਲੱਕੜ ਦੀਆਂ। ਜ਼ਿੰਦਗੀ 'ਚ ਕਿੰਨਾ ਕੁ ਫਰਕ ਆਇਆ? ਕੋਈ ਚੰਗਾ ਮੌਕਾ ਆਇਆ ਪਹਿਲਾਂ ਨਾਲੋਂ ਜਾਂ ਫਿਰ ਉਹੀ ਆ? ਵੀ ਜੀ ਜ਼ਿੰਦਗੀ 'ਚ ਮੌਕਾ ਐਂ ਗੱਲ ਹੈ, ਜੇ ਆਪਾਂ ਢਿੱਡ ਖਾਤਰ ਤਾਂ ਸੋਚੀ ਤਾਂ ਪਹਿਲਾਂ ਮੌਕਾ ਸਹੀ ਸੀ, ਬੰਦੇ ਸਹੀ ਸੀ ਸਾਡੇ ਬੋੜੇ। ਕਿਉਂ ਮਾਹੌਲ ਸਾਨੂੰ, ਅਸੀਂ ਜਿੱਥੇ ਜਾ ਵੜਦੇ ਸੀ ਨਾ ਉੱਥੋਂ ਸਾਨੂੰ ਐਂ ਕਹਿੰਦੇ ਸੀ ਵੀ ਗੱਡੀਆਂ ਵਾਲੇ ਹੈਗੇ, ਇਹ ਚੋਰੀ ਠੱਗੀ ਧੋਖੇ ਵਾਲੇ ਹੈ ਨਹੀਂ ਗੇ। ਇਹ ਹੁਣ ਜੀ ਰਲਾ ਪੱਟ ਹੋ ਗਈ ਤੇ ਪਹਿਲਾਂ ਵਰਗੀ ਮੌਤ ਤਾਂ ਹੈ ਨਹੀਂ ਗੀ ਜੀ। ਹੁਣ ਤਾਂ ਧੱਕਾਸ਼ਾਹੀ ਹੈਗੀ। ਜਿਵੇਂ ਹੁਣ ਪਹਿਲਾਂ ਗੱਡੀਆਂ ਵਾਲੇ ਸੀਗੇ, ਆ ਜਾਂਦੇ ਪਿੰਡ ਦੇ, ਕਹਿੰਦੇ ਸੀ ਵੀ ਗੱਡੀਆਂ ਵਾਲੇ ਹੈਗੇ, ਇਹਨਾਂ ਨੂੰ ਬੈਠਣ ਦਿਓ, ਥਾਂ ਦਿਓ। ਪਿੰਡ ਨੂੰ ਵੀ ਚਾਅ ਚੜ੍ਹ ਜਾਂਦਾ ਸੀ, ਸਾਨੂੰ ਵੀ ਫਿਰ ਕੰਮ ਆਉਂਦਾ ਨਾ, ਹੌਸਲਾ ਚੜ੍ਹ ਜਾਂਦਾ ਸੀ। ਸੱਟਾਂ ਲਾਉਣੀਆਂ ਸਾਰਾ ਦਿਹਾੜੀ ਕੰਮ, ਬਾਟਲਾ ਪੀਪਾ ਮੁੱਕਦਾ ਨਹੀਂ ਸੀ ਜੀ। ਜਿਵੇਂ ਜਿਵੇਂ ਮਾਹੌਲ ਬਦਲੀ ਜਾਂਦਾ ਉਵੇਂ ਵੀ ਸਾਡੇ ਬਦਲ ਗਏ। ਇਹ ਸੀ ਆਰਨ ਉਰਨ ਪਾਈ ਨੂੰ ਕਿੰਨਾ ਕੁ ਚਿਰ ਹੋ ਗਿਆ? ਆਰਨ ਪਾਈ ਨੂੰ ਜੀ। ਹੁਣ ਕੰਮ ਤਾਂ ਆਰਨ ਦਾ ਕੋਈ ਆਉਂਦਾ ਹੀ ਨਹੀਂ। ਕੋਈ ਕਿਸੇ ਜ਼ਿਮੀਂਦਾਰ ਨੇ ਸਬਲ ਕੁਟਾ ਲਈ, ਉਹ ਪੱਟ ਕੇ ਆਰਨ ਤੇ ਬਸ ਸਬਲ ਕੁੱਟ ਦਿੰਦੇ ਆ ਜੀ। ਉਹ ਕੰਮ ਹੈ ਨਹੀਂ ਪਹਿਲਾਂ ਵਾਲਾ, ਤੜਕਿਓਂ ਲੱਗ ਕੇ ਹੱਥੜ ਤੇ ਉਹ ਕੰਮ ਤਾਂ ਚੱਕੇ ਗਏ। ਤੇ ਬਈ ਜਦੋਂ ਵੋਟਾਂ ਆਉਂਦੀਆਂ, ਜਿਹੜੇ ਵੀ ਪਿੰਡ ਹੁੰਦੇ ਹੋ, ਸਰਪੰਚ ਜਾਂ ਕੋਈ ਹੋਰ ਆ, ਉਹ ਥੋੜੀ ਬਹੁਤ ਮਦਦ ਕਰਦੇ ਆ ਜਾਂ ਨਹੀਂ? ਮਦਦ ਕਰਦੇ ਆ ਜੀ, ਲਾਲਚ ਦੇ ਦਿੰਦੇ ਆ। ਤੁਸੀਂ ਵੋਟਾਂ ਪਾ, ਤੁਹਾਨੂੰ ਥਾਂ ਦੇ ਦਿਆਂਗੇ ਤੇ ਆਧਾਰ ਕਾਰਡ ਬਣਾ ਦਿਆਂਗੇ, ਫਲਾਣ ਕਰਾ ਦਿਆਂਗੇ। ਕਈਆਂ ਜਿਨ੍ਹਾਂ ਦੇ ਬਣੇ ਆ ਉਹਨਾਂ ਨੂੰ ਤਾਂ ਦੇ ਦਿੱਤੇ ਆ। ਜੇ ਹੁਣ ਸਾਡੇ ਵਰਗੇ ਹੁਣ ਰਹਿੰਦੇ ਆ 20-25 ਘਰ ਆਪਣੇ ਏਰੀਏ 'ਚ, ਬਠਿੰਡੇ ਮੋਗੇ ਦੇ ਵਿਚਾਲੇ। ਆਹੋ, ਉਧਰ ਇੱਕ ਦੋ ਪਿੰਡਾਂ 'ਚ ਮੈਂ ਦੇਖਿਆ। ਹਾਂ, ਇਹ 20-25 ਘਰ ਰਹਿੰਦੇ ਜੀ। ਲਾਰਾ ਲਾ ਦਿੰਦੇ ਆ, ਵੋਟਾਂ ਲੈ ਲੈਂਦੇ ਆ। ਅੱਛਾ, ਜਿਹੜੇ ਉਹ ਪਿੰਡਾਂ 'ਚ ਕਾਰਡ ਕੂਡ ਬਣ ਗਏ, ਉਹਨਾਂ ਨੇ ਤਾਂ ਘਰ ਘਰ ਵੀ ਪਾਲੇ ਕੁਛ? ਹਾਂ, ਉਹਨਾਂ ਨੇ ਪਾਲੇ ਜੀ ਘਰ। ਜਿਨ੍ਹਾਂ ਦੀ ਵੋਟਾਂ ਬਣੀਆਂ ਸੀ, ਆਧਾਰ ਕਾਰਡ ਬਣੇ, ਉਹਨਾਂ ਨੇ ਥਾਂ ਥੂ ਪਿੰਡ ਦਿਆਂ ਦੇ ਕੇ ਬਿਠਾਤੀ। ਸਾਡੇ ਬਸ 20-25 ਘਰ ਰਹਿੰਦੇ ਆ ਪੰਜਾਬ 'ਚ ਇੱਥੇ ਏਰੀਏ 'ਚ। ਇਹਦੇ 'ਚ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਕਿ ਹਨਾ, ਤੁਸੀਂ ਇਕੱਠੇ ਨਹੀਂ ਹੋਏ। ਜੇ ਇਕੱਠੇ ਹੋ, ਲੀਡਰਾਂ ਨੂੰ ਲੱਗੇ ਕਿ ਇਹ ਯਾਰ 1000-2000 ਵੋਟ ਹੈ, ਜਿਹਦੇ ਕੰਨੀ ਪੈ ਗਈ ਜਿਤਾ ਦੇਣਗੇ, ਸ਼ਾਇਦ ਫਿਰ ਵੀ ਹੋ ਜੇ ਜੀ। 2000 ਦੀ ਕੀ, ਸਾਡੀ ਵੋਟ ਬਹੁਤ ਜ਼ਿਆਦਾ ਹੈ। ਜੇ ਇਕੱਠੇ ਹੋਈਏ ਨਾ, ਜਾਣੀ ਕਿ ਬਹੁਤ ਜ਼ਿਆਦਾ ਵੋਟ ਹੈ। ਜੇ ਇਕੱਠੇ ਹੋ ਕੇ ਕਹੀਏ ਆਪਾਂ ਬਈ ਹੁਣ ਸਟੋਪ ਦੇ ਦਿੱਤੀ ਵੀ ਫਲਾਣਾ ਉੱਥਾਂ ਬੈਠਾ ਵੀ ਸਾਡਾ, ਉਹ ਬੈਠਾ, ਇਕੱਠੇ ਕਰ ਲਈਏ, ਫਿਰ ਸਰਪੰਚ ਨੂੰ ਵੀ ਪਤਾ ਲੱਗ ਜੂ ਵੀ ਇੰਨੀਆਂ ਵੋਟਾਂ ਹੈਗੀਆਂ। ਜੇ ਸਰਕਾਰ ਨੂੰ ਪਤਾ ਲੱਗ ਜੂ ਵੀ ਗੱਡੀਆਂ ਵਾਲਿਆਂ ਦੀ ਇੰਨੀ ਵੋਟ ਹੈ, ਇੱਧਰ ਬਣਦੀ ਹੈ, ਇੰਨੀ ਇੱਧਰ ਬਣਦੀ ਹੈ। ਇਹ ਜੀ ਹੁਣ ਇਕੱਠੇ ਐ ਨਹੀਂ ਨਾ ਹੁੰਦੀ। ਫਿਰ 10 ਘਰ ਕਿੱਥੇ, 4 ਘਰ ਕਿੱਥੇ, 5 ਘਰ ਐਂ ਇਕੱਠੇ ਹੁੰਦੇ ਆ, ਬਾਲੇ ਇਕੱਠੇ ਹੁੰਦੇ ਆ। ਫਿਰ ਅਗਲੇ ਕਹਿੰਦੇ ਲੈ ਇੰਨੇ ਗੱਡੀਆਂ ਨੂੰ ਕਿੱਥੇ ਬਿਠਾਈਏ। ਪਹਿਲਾਂ ਵਾਲੇ ਬੰਦੇ ਚੰਗੇ ਸੀ, 20-20 30-30 ਗੱਡੀਆਂ ਬੈਠੀਆਂ ਰਹਿੰਦੀਆਂ, ਕੋਈ ਛੇੜਦਾ ਨਹੀਂ ਸੀ। ਹੁਣ ਇਕੱਠੇ ਹੋਣ ਦਾ ਵੀ ਮਾਹੌਲ ਨਹੀਂ ਗਾ ਜੀ। ਅੱਛਾ, ਇੱਕ ਹੋਰ ਦੱਸਿਓ ਕਿ ਜਿਵੇਂ ਨਸ਼ਾ ਪੱਤਾ ਪੰਜਾਬ ਦੇ ਵਿੱਚ ਬਹੁਤ ਆ, ਤੁਹਾਡੇ ਜਵਾਕ ਜਾਲੇ ਬਚੇ ਵੇ ਇਹਨਾਂ ਚੀਜ਼ਾਂ ਤੋਂ? ਇਹ ਸਾਡੇ ਜੀ ਜਵਾਕ ਹੈ ਜਿਹੜੇ, ਇੱਕ दारू ਦਾ ਤਾਂ ਵੈਲ ਕਰ ਸਕਦੇ ਹੈ, ਨਾ ਕੋਈ ਨਸ਼ਾ ਚਿੱਟੇ ਚੁੱਟੇ ਦਾ, ਨਾ ਗੋਲੀ ਦਵਾਈ ਦਾ, ਨਾ ਭੰਗ ਭੁੰਗ ਦਾ। ਇਹ ਨਸ਼ਾ ਤੋਂ ਬਚੀ ਹੋਈ ਹੈ। ਬਸ ਇੰਨਾ ਸਾਡਾ ਬਚਤ ਹੈਗੀ ਜਵਾਕਾਂ ਦੀ। ਤੇ ਜੇ ਕੋਈ ਹੋਇਆ ਜਵਾਕ ਕੋਈ 16-17 ਸਾਲਾਂ ਦਾ, ਕੋਈ ਘੁੱਟ ਲਾ ਲਈ ਤਾਂ ਵਿਆਹ ਸ਼ਾਦੀ ਨੂੰ ਲਾ ਲੈਂਦੇ, ਨਹੀਂ ਤਾਂ ਬਸ ਸਾਡੇ ਜਵਾਕ ਵੀ ਨਹੀਂ ਪੀਂਦੇ। ਇਹ ਨਸ਼ਾ ਵਰਜਿਸ਼ ਵਗੈਰਾ ਚੱਲਦੀ ਰਹਿੰਦੀ ਹੈ ਮਾੜੀ ਮੋਟੀ? ਵਰਜਿਸ਼ੀ ਇੰਨੀ ਗੱਲ ਹੈ ਜੇ ਹੁਣ ਕੰਮ ਚੱਲੇ, ਮੀਟ ਆਵੇ, ਘਿਓ ਆਵੇ, ਫਿਰ ਤਾਂ ਮਾੜਾ ਮੋਟਾ ਹੋ ਜਾਂਦਾ ਹੈ। ਹੁਣ ਵਰਜਿਸ਼ ਇੰਨੀ ਹੈਗੀ, ਜਵਾਕਾਂ ਦਾ ਰੋਟੀ ਖਾ ਕੇ ਪੈ ਜਾਣਾ, ਦੂਜਾ ਮੋਬਾਈਲ ਵੇਖੀ ਜਾਣਗੇ, ਵਿਹਲੇ ਰਹਿੰਦੇ ਹੈ। ਤੇ ਹੁਣ ਜਿਹੜੇ ਪਹਿਲਾਂ ਸਾਡੇ ਵਾਲੇ ਮਾਹੌਲ ਸੀਗੇ, ਕਿਉਂ ਕਣ ਚੱਕ ਲੈਣਾ, ਸਾਰੀ ਦਿਹਾੜੀ ਸੱਟਾਂ ਲਾਉਂਦੇ, ਹੱਥ ਨੂੰ ਘਿਓ ਖਾ ਲੈਣਾ, ਮੀਟ ਖਾ ਲੈਣਾ, ਵਰਜਿਸ਼ ਪੂਰੀ ਹੁੰਦੀ ਸੀ। ਹੁਣ ਜਿਵੇਂ ਜਿਵੇਂ ਮਾਹੌਲ ਖਰਾਬ ਹੋਈ ਜਾਂਦਾ ਹੈ ਨਾ, ਜਿਵੇਂ ਬਦਲੀ ਜਾਂਦਾ ਹੈ, ਐਂ ਸਾਡੇ ਵੀ ਜਵਾਕ ਬਦਲੀ ਜਾਂਦੇ ਹੈ। ਕਦੇ ਚਤੌੜਗੜ੍ਹ ਗਏ ਹੋ? ਜੀ ਚਤੌੜਗੜ੍ਹ ਕੋਈ ਗੱਡੀਆਂ ਵਾਲਾ ਨਹੀਂ ਗਿਆ ਆਪਣੇ ਪੰਜਾਬ ਵਿੱਚੋਂ, ਕੋਈ ਨਹੀਂ ਗਿਆ। ਐਵੇਂ ਵਡਾਈ ਕਾਰਨ ਨੂੰ ਜਿੰਨੀ ਮਰਜ਼ੀ ਗੱਡੀਆਂ ਵਾਲੇ ਕਰਦੇ, ਕਿਸੇ ਨੇ ਵੇਖਿਆ ਨਹੀਂ ਗਾ ਵੀ ਚਤੌੜਗੜ੍ਹ ਹੈ ਕਿੱਧਰ ਤੇ ਕਿੱਧਰ ਦੀ ਵੜਨਾ ਵਿੱਚ ਕਿਲੇ ਦੀ। ਉਹ ਕਹਿੰਦੇ ਨਾ, ਪਿੱਛੇ ਪਿਓ ਦਾਦਿਆਂ ਦਾ ਦੱਸਿਆ ਹੋਇਆ ਕਿ ਚਤੌੜਗੜ੍ਹ ਆਪਣਾ ਕਿਲਾ ਹੈਗਾ। ਇੰਨਾ ਸੁਣਿਆ ਜੀ। ਆਪਾਂ ਗਾਂ ਇਦੋਂ ਤਾਂ ਆਪਾਂ ਕਹਿ ਦਈਏ ਮੈਂ ਚਤੌੜਗੜ੍ਹ ਗਿਆ, ਤਾਲਾ ਖੋਲ੍ਹਿਆ, ਫਲਾਣ ਖੋਲ੍ਹਿਆ, 1.25 ਮਣ ਦਾ ਤਾਲਾ ਦੱਸ ਦਈਏ, ਕਿਹੜਾ ਖੋਲ੍ਹੇ ਉਹਨੂੰ। ਬਸ ਇੰਨੀ ਗੱਲ ਹੈ। ਉਹ ਕਹਿਣ ਨੂੰ ਭਾਵੇਂ ਕਹਿ ਦੇ ਵੀ
ਚਿਤੌੜਗੜ੍ਹ ਜਾ ਵੜੀ, ਫਲਾਣ ਜਾ ਵੜੀ, ਕੋਈ ਨਹੀਂ ਗਿਆ ਪੰਜਾਬ ਛੱਡ ਕੇ। ਅੱਛਾ, ਇੱਕ ਗੱਲ ਹੁਣ ਮੈਂ ਦੋਜੀ ਬਾਈ ਤੋਂ ਪੁੱਛਦਾ ਵੀ ਉਹ ਯਾਰ ਪੰਜਾਬ ਦੇ ਵਿੱਚ ਹੁਣ ਲੋਕਾਂ ਦੇ ਨਾਲ ਤੁਹਾਡਾ ਕਿਵੇਂ ਹਿਸਾਬ ਕਿਤਾਬ ਜਾਂ ਪਿੰਡਾਂ ਵਾਲੇ ਲੋਕ ਕਿਵੇਂ ਰੱਖਦੇ? ਲੋਕਾਂ ਦੇ ਨਾਲ ਇੰਨੇ ਆ, ਸਾਡਾ ਹਿਸਾਬ ਕਿਤਾਬ ਵੀ ਜਿੱਥੇ ਹੁਣ ਦਾ ਸਾਲ ਹੋ ਗਿਆ 2 ਸਾਲ ਹੋ ਗਏ ਬੈਠਿਆਂ ਨੂੰ ਲਿਆਜ ਬਾਜ ਵਾਲੇ ਮੰਨਣ ਲੱਗੇ। ਸਾਰੇ ਚਾਚੇ ਤਾਏ ਬਣ ਹਾਂ ਵੀ ਵਧੀਆ ਬਣ ਕੇ ਜਾਣ ਪਛਾਣ ਹੋ ਗਈ। ਹੁਣ ਪੱਠਿਆਂ ਦੱਥਿਆਂ ਨੂੰ ਕੰਮ ਨੂੰ ਜਿਹੜਾ ਕਰਾਉਂਦਾ ਬਈ ਆਟਾ ਕੋਟਾ ਨਹੀਂ ਮੁੱਕਰਦਾ ਵੀ ਬੈਠੇ ਆਪਣੇ ਪਿੰਡ ਬੈਠੇ ਹੈਗੇ। ਜੇ ਕੋਈ ਮਾਹੌਲ ਆਊਗਾ ਤਾਂ ਤੁਹਾਨੂੰ ਕੋਈ ਸਰਪੰਚ ਨੂੰ ਆਪਣੇ ਕਹਿ ਕੇ ਤੇ ਆਪਣੀ ਥਾਂ ਥੂੰ ਦਵਾ ਦਿਆਂਗੇ। ਕਹਿੰਦੇ ਤਾਂ ਹੈਗੇ ਵੋਟਾਂ ਹੁਣ ਪਾਉਣ ਨੂੰ ਜੀ ਤਾਂ ਕਰਦਾ ਹੈ, ਕਿਉਂਕਿ ਕੋਈ ਸਰਪੰਚ ਕਿਹੋ ਜਿਹਾ ਨਿਕਲ ਜਾਂਦਾ, ਕੋਈ ਕਿਹੋ ਜਿਹਾ ਨਿਕਲ ਜਾਂਦਾ। ਉਦੋਂ ਦੇ ਬੈਠੇ ਕਦੋਂ ਨਾ ਕਦੋਂ ਤਾਂ ਕੋਈ ਮਿਲੂਗਾ ਹੀ, ਮੈਂ ਕਿਹਾ ਬੈਠਾ ਹੋਊਗਾ ਕੋਈ ਨਾ ਕੋਈ ਤਾਂ ਸਾਡੇ ਨਾਲ ਕਿਰਪਾ ਕਰੂਗਾ ਹੀ। ਹਾਂ ਇਹ ਗੱਲ ਗੱਲਾਂ ਜੀ ਹੈਗੀਆਂ ਬਸ। ਹੁਣ ਪਿੰਡਾਂ 'ਚ ਬਹਿ ਗਏ ਆ, ਕੋਈ ਸਾਲ ਬੈਠਾ, ਕੋਈ 2 ਸਾਲ ਹੋ ਗਏ, ਕੋਈ 10 ਸਾਲ ਹੋ ਗਏ। ਕੋਈ ਜਗ੍ਹਾ ਮਿਲਦੀ ਹੈ ਜਿਹਨੂੰ ਬੈਠੇ ਆ ਉਹਨਾਂ ਨੂੰ ਉਮੀਦ ਦੇ ਵੀ ਸਕਦੇ ਹੈਗੇ, ਉਹ ਦਿੱਤੀ ਵੀ ਹੈਗੀ ਉਹ ਵੀ ਉਹ ਸਰਪੰਚ ਨੂੰ ਮੈਂਬਰ ਨੂੰ ਕਹਿ ਕੇ ਵੀ ਚੱਲ ਗੱਡੀਆਂ ਵਾਲੇ ਗਰੀਬ ਬੈਠੇ ਹੈਗੇ ਇਹਨਾਂ ਨੂੰ 2 ਮਰਲੇ ਥਾਂ ਦੇ ਦਿਓ। ਤੇ 2 ਮਰਲਿਆਂ ਨਾਲ ਕੁਝ ਨਹੀਂ ਹੁੰਦਾ, ਫਿਰ ਵੋਟ ਬਣੀ ਹੈਗੀ ਸਾਡੇ ਗੱਡੀਆਂ ਵਾਲੇ ਦੂਜਿਆਂ ਦੀ, ਅੱਧਿਆਂ ਦੀ ਬਣੀ, ਅੱਧਿਆਂ ਦੀ ਨਹੀਂ ਬਣੀ ਹੈਗੀ। ਤੇ ਹੁਣ ਜਦੋਂ ਮੀਂਹ ਕਣੀ ਦੀ ਰੁੱਤ ਹੁੰਦੀ ਹੈ ਜਾਂ ਕਦੇ ਝੱਖੜ ਝਖੇੜਾ ਆ ਜਾਂਦਾ ਉਦੋਂ ਤਾਂ ਦਿਲ ਕੰਮਦਾ ਹੋਊਗਾ, ਕਿਉਂਕਿ ਇਹ ਤਾਂ ਉੱਡ ਜਾਂਦੀਆਂ ਤਰਪਾਲਾਂ ਜੀ। ਉਦੋਂ ਆ ਕੱਲ ਮੀਂਹ ਚ ਨਹੀਂ ਜਾ ਰਮੋਮ ਜਾਂ ਮੇਰੇ ਸਾਰੇ ਉੱਡ ਕੇ ਫਿਰ ਉੱਤੇ ਲੈ ਕੇ ਪੈ ਗਏ। ਫਿਰ ਕੀ ਵੇਖੀ ਜਾਊਗੀ, ਮੈਂ ਕਿਹਾ ਇਹ ਕਿਹੜੀ ਹੁਣ ਦੀ ਕੱਟਣੀ ਪੈਂਦੀ ਹੈ, ਸਾਰੀ ਉਮਰ ਹੋਊਗੀ। ਇਹ ਤਾਂ ਹੁਣ ਝੱਖੜ ਚੱਲਾ, ਰੱਬ ਵੀ ਬਚਾਉਣ ਵਾਲਾ, ਰੱਬ ਵੀ ਮਾਰਨ ਵਾਲਾ। ਹੁਣ ਬਾਹਰ ਅੰਦਰ ਜਿਹੜੇ ਵਿੱਚ ਬੈਠੇ ਉਹ ਵੀ ਮਰਨਗੇ, ਜੇ ਬਾਹਰ ਬੈਠੇ ਉਹ ਵੀ ਮਰਨਗੇ। ਸੋ ਇਹ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਗੱਡੀਆਂ ਵਾਲੇ, ਰਾਜਪੂਤ, ਲੋਹਾਰ ਕਈ ਸ਼ਬਦਾਂ ਦੇ ਨਾਲ ਜਾਣਦੇ ਹਾਂ, ਪਰ ਮਿਹਨਤੀ ਕੌਮ ਹੈ ਔਰ ਸਾਡੇ ਵਿੱਚੋਂ ਹੈ। ਕਿਉਂਕਿ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਕਬੀਲੇ ਨੇ ਉਹ ਰਾਜਪੂਤ ਨੇ। ਅੱਗੇ ਜਾ ਕੇ ਕੋਈ ਸਿੱਧੂ, ਕੋਈ ਬਰਾੜ, ਕੋਈ ਭੱਟੀ ਜਾਂ ਚੌਹਾਨ, ਬੜੇ ਨਾਂ ਨੇ, ਉਹ ਗਾਂ ਦੀ ਗਾਂ ਬਣ ਗਏ, ਜਾਤਾਂ 'ਚ ਵੰਡੇ ਗਏ, ਫਿਰਕਿਆਂ 'ਚ ਵੰਡੇ ਗਏ। ਪਰ ਜਿਹੜੀ ਮਿਹਨਤਕਸ਼ ਕੌਮ ਸੀ ਉਹਦਾ ਸਿਰਾ, ਉਹਦਾ ਧੁਰਾ ਰਾਜਪੂਤ ਹੀ ਸੀ। ਉਹਨਾਂ ਦੇ ਵਿੱਚੋਂ ਇੱਕ ਇਹ ਲੋਕ ਨੇ। ਪਰ ਸਥਿਤੀ ਅੱਜ ਇਹਨਾਂ ਦੀ ਕੀ ਹੈ ਉਹ ਅਸੀਂ ਬਿਆਨ ਰਹੇ ਹਾਂ। ਪੁਰਾਣਾ ਵੇਲਾ ਕੀ ਸੀ, ਅੱਜ ਕੀ ਹੈ। ਅੱਗੇ ਅਸੀਂ ਕਿ ਪਿੰਡਾਂ ਦੇ ਵਿੱਚ ਜਿਵੇਂ ਦੱਸਦੇ ਆ ਕਿ ਤੱਕਲੇ ਖੁਰਚਣੇ ਹੁੰਦੇ ਸੀ, ਉਹ ਵੇਚਣ ਚੱਲ ਜਾਂਦੀਆਂ ਬੁੜੀਆਂ, ਮਿਲ ਜਾਂਦਾ ਕੁਛ ਨਾ ਕੁਛ, ਤੇ ਕਦੇ ਨਾ ਕਦੇ ਕੋਈ ਪਸ਼ੂ ਦਾ ਲੈਣ ਦੇਣ ਕਰ ਲੈਂਦੇ। ਗੱਡੀਆਂ ਵਾਲੇ ਕਾਰੋਬਾਰੀ ਬੜੇ ਤਕੜੇ ਹੁੰਦੇ ਸੀਗੇ, ਇਹਨਾਂ ਨੇ ਪੈਸੇ ਲੈਣੇ ਹੁੰਦੇ ਸੀਗੇ। ਪਰ ਅੱਜ ਦੀ ਸਥਿਤੀ ਇਹ ਹੈ ਕਿ ਬਦਲਾਉਣ ਤਾਂ ਕੀ ਬਦਲਾਉਣ। ਅਸੀਂ ਦੋਜੀ ਹੋਰਾਂ ਦੇ ਨਾਲ ਗੱਲ ਕਰਕੇ ਆਏ ਹਾਂ ਤੇ ਇਸ ਪਾਸੇ ਇਹਨਾਂ ਦੀ ਧਰਮ ਪਤਨੀ ਉਹ ਕੰਮ ਕਰ ਰਹੀ ਹੈ। ਆਪਾਂ ਉਵੇਂ ਹੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਕੀ ਹੈ ਜੀ? ਵੀਰਾਂ। ਵੀਰਾਂ ਜੀ, ਪਹਿਲਾਂ ਵੇਲਾ ਹੁੰਦਾ ਸੀ ਹੈ ਨਾ, ਤੁਸੀਂ ਤੱਕਲੇ ਖੁਰਚਣੇ ਵੇਚਦੇ, ਘਰੋਂ ਘਰੀ ਜਾਂਦੇ। ਹੁਣ ਕੀ ਫਰਕ ਪੈ ਗਿਆ ਕੰਮ 'ਚ ਤੁਹਾਡੇ? ਹੁਣ ਕੰਮ 'ਚ ਫਰਕ ਪੈ ਗਿਆ, ਲੋਹੇ ਵਾਲਾ ਤਾਂ ਚੱਲਦਾ ਨਹੀਂ ਜੀ, ਰਬੜ ਦਾ ਵੇਚਦੇ ਆ। ਰਬੜ ਦਾ ਵੇਚ ਕੇ ਟਾਈਮ ਪਾਸ ਕਰਦੇ ਆ। ਕਿੰਨੇ ਕੁ ਪਿੰਡਾਂ 'ਚ ਜਾਂਦੇ ਹੋ? ਪਿੰਡਾਂ 'ਚ ਨੇੜੇ ਜਾਂਦੇ ਆ, ਆਪਣੇ ਲਾਗੇ ਵੇਚ ਕੇ ਆਉਂਦੇ ਆ ਅਸੀਂ ਤਾਂ। ਕਿੰਨੇ ਕੁ ਵਜੇ ਨੂੰ ਮੁੜ ਆਉਂਦੇ ਹੋ ਫਿਰ? 1 ਵਜੇ ਮੁੜ ਆਉਂਦੇ ਆ, 2 ਵਜੇ ਮੁੜ ਆਉਂਦੇ ਆ, ਟਾਈਮ ਲੱਗਦਾ 4 ਵਜੇ ਮੁੜ ਆਉਂਦੇ ਆ ਘਰੇ। ਪਹਿਲਾਂ ਜਦੋਂ ਪਿੰਡਾਂ 'ਚ ਜਾਂਦੇ ਸੀ ਉਦੋਂ ਆਵਾਜ਼ ਕਿਵੇਂ ਮਾਰਦੇ? ਆਵਾਜ਼ ਦਿੰਦੇ ਸੀ ਬਈ ਕੜਛੇ ਲੈ ਲਓ, ਚਿਮਟੇ ਲੈ ਲਓ, ਬਾਲਟੀ ਬੱਠਲਾਂ ਥੱਲੇ ਲਵਾ ਲਓ, ਐਂ ਆਵਾਜ਼ ਦਿੰਦੇ। ਹੁਣ ਘਰਾਂ 'ਚ ਫਿਰ ਕੇ ਵੇਚਦੇ ਆ। ਹੁਣ ਗਾਹਾਂ ਬੁੜੀਆਂ ਕੋਲੇ ਜਾ ਵੜਦੇ ਆ, ਉੱਥੇ ਸਮਾਨ ਦੇ ਦਿੰਦੇ ਆ। ਰੋਟੀ ਟੁੱਕ ਵੀ ਮਿਲ ਜਾਂਦਾ ਕਦੇ? ਰੋਟੀ ਟੁੱਕ ਵੀ ਮਿਲ ਜਾਂਦਾ ਹੈਗਾ, ਘਰਾਂ 'ਚ ਜਾਣ ਬੁੱਝ ਵਾਲੀਆਂ ਦੇ ਦਿੰਦੀਆਂ ਹੈਗੀਆਂ। ਦੋਜੀ ਮੈਨੂੰ ਕਹਿੰਦਾ ਨਾ, ਅੱਗੇ ਕਹਿੰਦਾ ਕੁੱਤੇ ਪੈ ਜਾਂਦੇ ਸੀ ਬੁੜੀਆਂ ਦੇ ਮਗਰ, ਹੁਣ ਤਾਂ ਨਹੀਂ ਪੈਂਦੇ? ਨਹੀਂ ਪੈਂਦੇ, ਕੁੱਤੇ ਨਹੀਂ ਪੈਂਦੇ। ਹੁਣ ਸੂਟ ਪਾਉਂਦੇ ਆ, ਪਹਿਲਾਂ ਘੱਗਰੀਆਂ ਪਾਉਂਦੀਆਂ ਸੀ ਨਾ, ਦੂਜੀ ਕੁੜਤੀਆਂ ਹੁੰਦੀਆਂ ਸੀ, 2 ਕੁੜਤੀਆਂ, ਤੇ ਹੁਣ ਸੂਟ ਵੇਖ ਕੇ ਨਹੀਂ ਪੈਂਦੇ ਕੁੱਤੇ, ਤਾਂ ਕਰਕੇ। ਤੇ ਜਵਾਕ ਜੱਲੇ ਕਿੰਨੇ ਕਾ ਹੁਣ ਤੁਹਾਡੇ? ਕੁੜੀ ਆ, ਇੱਕੋ ਹੀ ਆ ਮੇਰੇ ਕੁੜੀ। ਕਿੱਡੀ ਕਾ ਉਹ? 3 ਸਾਲਾਂ ਦੀ ਹੈਗੀ ਆ। ਹਾਂ, ਛੋਟੀ ਹੈਗੀ, ਲੇਟ ਹੋਈ ਹੈਗੀ ਆ। ਤੇ ਹੁਣ ਜਿਵੇਂ ਆਪਾਂ ਗੱਲਾਂ ਕਰਦੇ ਆ ਕਿ ਮੰਗ ਕੀ ਆ, ਸਰਕਾਰ ਨੇ ਦਿੱਤਾ ਕੁਛ ਨਹੀਂ ਤੁਹਾਨੂੰ, ਹਨਾ? ਕੁਛ ਨਹੀਂ ਦਿੱਤਾ ਸਾਨੂੰ, ਤਾਂ ਕੁਛ ਨਹੀਂ ਦਿੱਤਾ। ਨਾ ਸਾਡੀ ਵੋਟਾਂ ਬਣੀਆਂ, ਨਾ ਰਾਸ਼ਨ ਕਾਰਡ ਬਣਾਏ ਸੀ। ਬਹੁਤ ਪਿੰਡਾਂ 'ਚ ਬੈਠੇ ਰਹੇ ਸੀਗੇ। ਹੁਣ 4-5 ਮਹੀਨੇ ਹੋ ਗਏ ਇੱਥੇ ਆਇਆਂ ਨੂੰ ਸਾਨੂੰ, ਤੇ ਸਾਰੇ ਦੁਨੀਆ ਦੇ ਬਣ ਕੇ ਸਾਡੇ ਨਹੀਂ ਬਣੇ ਜੀ। ਜਿਹੜੇ ਡੇਰੇ 'ਚ ਬੈਠੇ ਆ ਤੇ ਇੱਥੇ ਸਾਰਿਆਂ ਤੋਂ ਵੱਡੀ ਉਮਰ ਦੀ ਬੇਬੇ ਚਿੰਤੋ ਸਾਡੇ ਨਾਲ ਸ਼ਾਮਲ ਆ। ਇਹਨਾਂ ਨਾਲ ਥੋੜੀ ਜਿਹੀ ਗੱਲ ਕਰਦੇ ਆ। ਬੇਬੇ ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਹਾਂ ਠੀਕ ਹੋ? ਠੀਕ ਹਾਂ। ਤੇ ਤੁਸੀਂ ਇੱਥੇ ਕਿੰਨੇ ਕੁ ਜਣੇ ਹੋ ਹੁਣ? ਬਸ ਇੰਨੇ ਗੱਡੀਆਂ ਵਾਲੀਆਂ 5 ਘਰ ਹੈਗੇ। ਅੱਛਾ, ਬਸ ਸਾਡੇ ਕਿੰਨਾ ਕੁ ਕੋੜਮਾ ਕਬੀਲਾ? ਤਾਂ ਕਈ ਹੈਗੇ ਸਾਡੇ, ਬਸ ਇਹ ਘਰ ਕਰਦੇ ਹੀ ਆ, ਹੋਰ ਤਾਂ ਕੋਈ ਨਹੀਂ ਸਾਡੇ ਵਿੱਚ। ਅੱਛਾ, ਬਾਹਰ ਨੇ ਤਾਂ ਕਰਨਾ ਵੀ ਕੀ ਆ? ਹਾਂ, ਬਾਹਰ ਜਾਣ ਨੂੰ ਕੀ ਕਰਨਾ ਆਪਾਂ। ਤੇ ਸਿਹਤ ਠੀਕ ਆ ਹੁਣ? ਸਿਹਤ ਤਾਂ ਹਾਂ ਵਧੀਆ ਸਿਹਤ ਹੈ। ਕੀ ਕਰਦੇ ਹੁੰਦੇ ਹੋ ਅੱਜ ਕੱਲ? ਹੁਣ ਤਾਂ ਪਹਿਲਾਂ ਵਾਲੇ ਤਾਂ ਰਵੇ ਜੇ ਚੱਕੇ ਗਏ, ਕੜਛੇ, ਚਿਮਟੇ, ਝਾੜੀਆਂ, ਬਾਠਲ, ਬਾਲਟੀਆਂ, ਢੋਲੀਆਂ ਬਣਾਉਂਦੇ ਸੀਗੇ। ਤੇ ਹੁਣ ਤਾਂ ਬਸ ਕੁਛ ਨਹੀਂ। ਹੁਣ ਤਾਂ ਵੇਖ ਲਾ, ਮੰਗ ਕੇ ਕੋਈ ਰੋਟੀ ਖਾਂਦੇ ਆ, ਚਾਹ ਖਾਂਦੇ ਆ। ਹੁਣ ਤਾਂ ਕੋਈ ਬੜੇਵਾ ਨਹੀਂ ਵਿਕਦਾ ਸਾਡਾ, ਬਸ। ਆ ਦੰਦ 'ਚ ਕੋਕਾ ਲੱਗਿਆ? ਹਾਂ, ਪਹਿਲਾਂ ਤਾਂ ਲੱਗਿਆ ਜੀ, ਹੁਣ ਤਾਂ ਗਵਾਚ ਗਏ। ਹੋਰ ਚਲੋ ਗਵਾਚਣਾ ਹੀ ਆ ਸਮੇਂ ਨੇ। ਗਵਾਚ ਗਏ ਵੀਰੇ। ਤੇ ਬਾਪੂ ਕਿਵੇਂ ਸੀ? ਬਾਪੂ ਵਿਚਾਰਾ ਗੁਜ਼ਰ ਗਿਆ। 3-4 ਸਾਲ ਹੋ ਗਏ ਬਾਪੂ ਗੁਜ਼ਰੇ ਨੂੰ।
ਗੁਜ਼ਰ ਗਿਆ ਬਾਪੂ ਹੋਰ। ਤੇ ਜਦੋਂ ਤੁਸੀਂ ਪਹਿਲਾਂ ਜਵਾਨ ਹੁੰਦੇ ਸੀ, ਛੋਟੇ ਹੁੰਦੇ ਸੀਗੇ, ਤੇ ਕਦੇ ਕਦੇ ਕਣਕ ਵੀ ਚਲਾ ਲੈਂਦੇ ਸੀਗੇ, ਆਰਨ ਤੇ ਵੀ ਕੰਮ ਕਰਦੇ ਹੁੰਦੇ ਸੀਗੇ ਸਮਾਨ? ਤੇ ਪਹਿਲਾਂ ਕਰਦੇ ਸੀ, ਹੁਣ ਨਹੀਂ ਕਰਦੇ। ਪਹਿਲਾਂ ਦੁਕਾਨ ਦੇ ਕਰਦੇ ਸੀ, ਕਸੋਲੀਆਂ, ਦਾਤੀਆਂ, ਕੰਧਾਲੀਆਂ ਇਹ ਬਣਾਉਂਦੇ ਸੀਗੇ, ਹੁਣ ਨਹੀਂ ਕਰਦੇ। ਤੇ ਆਹ ਹੁਣ ਕੁੜਤੇ ਕਿੰਨੇ ਗਾ, ਆਹ ਕੱਪੜੇ? ਆਹ ਕੱਪੜੇ 2 ਰੰਗੇ ਹੈਗੇ, ਆਹ ਚੋਲੀ ਹੈਗੀ, ਆਹ ਫਤੋਈ ਹੈਗੀ। ਇਹ ਕਿੱਥੋਂ ਬਣਾ ਕੇ ਲਿਆਉਣੇ ਹੋ? ਇੱਥੇ ਘਰੋਂ ਹੀ ਬਣਾਉਂਦੇ ਆ, ਆਪ ਹੀ ਤਿਆਰ ਕਰਦੇ? ਆਪ ਹੀ ਤਿਆਰ ਕਰਦੇ ਆ, ਕੁੜੀਆਂ ਤਿਆਰ ਕਰਦੀਆਂ ਬਸ। ਨਾ ਤਾਂ ਮੇਰਾ ਰਾਸ਼ਨ ਕਾਰਡ ਬਣਿਆ, ਨਾ ਮੇਰੀ ਪੈਨਸ਼ਨ ਬਣੀ, ਕੁਛ ਨਹੀਂ ਬਣਿਆ। ਇਹ ਵੀ ਭਾਰਤ ਦੇ ਲੋਕ ਨੇ, ਇਹਨਾਂ ਦੀਆਂ ਵੀ ਸਮੱਸਿਆਵਾਂ ਨੇ। ਇਹਨਾਂ ਦੀਆਂ ਸਮੱਸਿਆਵਾਂ ਉਹਨਾਂ ਬਾਕੀ ਸਾਰਿਆਂ ਦੇ ਨਾਲੋਂ ਵੱਧ ਨੇ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ, ਕਿਉਂਕਿ ਇੱਥੇ ਜਿਵੇਂ ਮੈਂ ਗੱਲ ਕਰਕੇ ਹਟਿਆ ਕਿ ਮੀਂਹ ਪੈਣ ਲੱਗ ਜੇ ਤਾਂ ਵੀ ਖਤਰਾ, ਹਵਾ ਤੇਜ਼ ਵਗ ਜੇ ਤਾਂ ਵੀ ਖਤਰਾ। ਇਹ ਕੋਈ ਬਾਂਹ ਫੜਨ ਵਾਲਾ ਨਹੀਂ। ਅਸੀਂ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ ਇਹ ਪਹੁੰਚਾਉਣ ਦਾ ਯਤਨ ਕਰਦੇ ਹਾਂ, ਸ਼ਾਇਦ ਸਰਕਾਰ ਤੱਕ, ਸ਼ਾਇਦ ਕਿਸੇ ਹੋਰ ਧਿਰ ਤੱਕ ਇਹ ਗੱਲਾਂ ਪਹੁੰਚਣ। ਇਹ ਜਿਹੜੀ ਵਿਰਾਸਤ ਹੈ ਇਹਨਾਂ ਲੋਕਾਂ ਦੀ, ਨਾਲੇ ਉਹ ਕਾਇਮ ਰਹੇ, ਨਾਲੇ ਉਹ ਹਿੰਮਤ ਹੌਸਲਾ ਕਾਇਮ ਰਹੇ। ਬਸ ਇੱਕ ਗੱਲ ਹੈ ਕਿ ਸਰਕਾਰ ਵੀ ਸਪੋਰਟ ਕਰੇ, ਤੁਸੀਂ ਵੀ ਸਪੋਰਟ ਕਰੋ।